ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦੇ ਹੋਏ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਲੋਕਡਾਊਨ ਕੀਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ ਕਰਫਿਊ ਦਾ ਮਾਹੌਲ ਹੈ, ਜਿਸ ਦੇ ਚੱਲਦਿਆਂ ਪੰਜਾਬ ਦੇ ਪੂਰੇ ਭਾਰਤ ਵਰਸ਼ ਦੇ ਸਕੂਲ ਬੰਦ ਕੀਤੇ ਗਏ ਨੇ ਤੇ ਸਕੂਲਾਂ ਦੇ ਬੰਦ ਹੋਣ ਦੇ ਨਾਲ ਸਟੂਡੈਂਟਸ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਸਟੱਡੀ ਦਾ ਨੁਕਸਾਨ ਕਾਫੀ ਦੇਖਿਆ ਜਾ ਰਿਹਾ ਸੀ। ਜਿਸ ਦੇ ਚੱਲਦਿਆਂ ਕਾਫੀ ਸਕੂਲਸ ਨੇ ਆਨਲਾਈਨ ਸਟੱਡੀਜ਼ ਦਾ ਜਿਹੜਾ ਪੈਟਰਨ ਹੈ ਉਹ ਇੰਟਰੋਡਿਊਸ ਕੀਤਾ, ਪਰ ਫਿਰ ਵੀ ਇਹ ਜਿਹੜੇ ਸਕੂਲਸ ਦੇ ਓਨਰਸ ਨੇ ਉਹਨਾਂ ਨੂੰ ਬਹੁਤ ਹੱਦ ਤੱਕ ਜਿਹੜਾ ਨੁਕਸਾਨ ਝੇਲਣਾ ਪਿਆ। ਤੇ ਅੱਜ ਅਜਿਹੀ ਇੱਕ ਸਕੂਲ ਦੇ ਓਨਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਰਿਪੂਜੀਤ ਆਂਗਰਾ, ਜੋ ਕਿ ਓਨਰ ਨੇ ਕੈਂਬਰਿਜ ਸਕੂਲ ਨਕੋਦਰ ਦੇ। ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਸਕੂਲ ਓਨਰ ਹੋਣ ਦੇ ਨਾਤੇ ਉਹਨਾਂ ਨੂੰ ਕਿਹੜੇ ਜਿਹੜੇ ਲਾਸਿਸ ਨੇ ਇਸ ਲੋਕਡਾਊਨ ਦੇ ਦੌਰਾਨ ਝੱਲਣੇ ਪੈ ਰਹੇ ਨੇ ਤੇ ਜਾਂ ਫਿਰ ਅਗਲੇ ਆਉਂਦੇ ਟਾਈਮ ਤੱਕ ਜਦ ਤੱਕ ਲੋਕਡਾਊਨ ਨਹੀਂ ਖੁੱਲਦਾ ਉਦੋਂ ਤੱਕ ਝੱਲਣੇ ਪੈਣਗੇ। ਸਤਿ ਸ਼੍ਰੀ ਅਕਾਲ ਰਿਪੂ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੇ ਤੇ ਮੈਂ ਦੈਨਿਕ ਸਵੇਰਾ ਦੇ ਸਾਰੇ ਵਿਊਅਰਸ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਜਿਹੜੀ ਸੰਕਟ ਆਇਆ ਜਲਦੀ ਤੋਂ ਜਲਦੀ ਇਹ ਤੋਂ ਦੁਨੀਆ ਮੁਕਤ ਹੋਏ। ਰਿਪੂ, ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਡੇ ਨਾਲ ਇਹੀ ਹੈਗਾ ਕਿ ਜਿਹੜੇ ਲੋਕਡਾਊਨ ਹੋਇਆ ਸੀ ਹੁਣੇ, ਕਿਉਂਕਿ 21 ਮਾਰਚ ਤੋਂ ਬਾਅਦ ਲੋਕਡਾਊਨ ਕੰਟੀਨਿਊਟੀ 'ਚ ਹਾਲੇ ਤੱਕ ਉਹ ਖਤਮ ਨਹੀਂ ਹੋਇਆ। ਇਸ ਲੋਕਡਾਊਨ ਦੇ ਦੌਰਾਨ ਤੁਹਾਨੂੰ ਬੀਇੰਗ ਅ ਸਕੂਲ ਓਨਰ ਕਿਹੜੇ ਨੁਕਸਾਨ ਝੇਲਣੇ ਪਏ ਨੇ? ਹਾਂਜੀ ਜੀ, ਐਕਚੁਅਲੀ ਸਕੂਲਸ ਦਾ ਇਹ ਸੀਗਾ ਕਿ ਸਾਡਾ ਲਾਸਟ ਕੁਆਰਟਰ ਦੀ ਵੀ ਪੇਮੈਂਟਸ, ਨਾਟ ਟਾਕਿੰਗ ਅਬਾਊਟ ਮਾਈ ਓਨ ਸਕੂਲ, ਕਿਸੇ ਵੀ ਸਕੂਲ ਨੂੰ ਨਹੀਂ ਆਈਆਂ ਹੋਣੀਆਂ, ਬਿਕਾਜ਼ ਮਾਰਚ ਇਜ਼ ਦਾ ਟਾਈਮ ਜਦੋਂ ਦਸੰਬਰ ਟੂ ਮਾਰਚ ਦੇ ਡਿਊਜ਼ ਕਲੀਅਰ ਹੁੰਦੇ ਆ। ਐਂਡ ਜਿੰਨਾ ਵੀ ਸਾਡਾ ਰੈਵਨਿਊ ਆਉਂਦਾ ਹੈ ਉਹਦਾ ਮੋਰ ਦੈਨ 95% ਇਜ਼ ਫਿਕਸਡ ਐਕਸਪੈਂਡੀਚਰ। ਸੈਲਰੀਜ਼ ਕਹਿ ਲਈਏ, EMIs ਔਨ ਟਰਾਂਸਪੋਰਟ, EMIs ਔਨ ਦ ਬਿਲਡਿੰਗ ਪ੍ਰੈਮਿਸਿਸ, ਹਰ ਇੱਕ ਸਕੂਲ 'ਤੇ ਲੋਨ ਹੈ। ਉਸ ਤੋਂ ਇਲਾਵਾ ਇਲੈਕਟ੍ਰੀਸਿਟੀ ਦਾ ਫਿਕਸਡ ਖਰਚਾ ਹੈ। ਫਿਰ ਬਹੁਤ ਵੱਡਾ ਐਕਸਪੈਂਡੀਚਰ ਹੈ ਜੀ ਜਿਹੜਾ ਪ੍ਰੋਵੀਡੈਂਟ ਫੰਡ 'ਚ ਜਾਂਦਾ ਇੰਪਲੋਈਜ਼ ਦੀ ਤੇ ਇੰਪਲੋਈ ਇੰਸ਼ੋਰੈਂਸ ਲਈ। ਤੇ ਦੋਜ਼ ਆਰ ਫਿਕਸਡ ਐਕਸਪੈਂਸਿਸ ਜਿਹੜੇ ਮੇਰੇ ਹਿਸਾਬ ਨਾਲ ਈਵਨ ਐਨ ਐਵਰੇਜ ਸਕੂਲ will be around 15 to 20 lakh ਹਰ ਇੱਕ ਦੇ ਹੈ ਹੀ ਹੈ। ਆਈ ਐਮ ਟਾਕਿੰਗ ਅਬਾਊਟ ਅ ਸਮਾਲ ਸੈਟਅਪ। ਤੇ ਜੇ ਕੋਈ ਇੰਟਰਨੈਸ਼ਨਲ ਸਕੂਲ ਹੈ ਜਿਸ ਤਰ੍ਹਾਂ ਕੈਂਬਰਿਜ ਹੈ ਜਾਂ ਦਿੱਲੀ ਪਬਲਿਕ ਸਕੂਲ ਹੈ, ਇਫ ਅ ਸਕੂਲ ਹੈਜ਼ ਅ ਸਟਰੈਂਥ ਆਫ 1000 ਸਟੂਡੈਂਟ, ਜਿੰਨਾ ਉਹਨਾਂ ਕੋਲ ਸਟਾਫ ਹੁੰਦਾ 25 ਲੱਖ ਦੇ ਕਰੀਬ, ਤੇ ਮਿਨੀਮਮ ਹੈ ਜਿਹੜਾ ਹਰ ਇੱਕ ਦਾ ਐਕਸਪੈਂਡੀਚਰ ਹੋਏਗਾ। ਫਿਰ ਇਲੈਕਟ੍ਰੀਸਿਟੀ ਇਜ਼ ਅ ਫਿਕਸਡ ਐਕਸਪੈਂਡੀਚਰ ਐਜ਼ I have already said. Other than that, salaries and maintenance, wear and tear, everything is there. ਸੋ ਜੇਕਰ ਆਪਾਂ ਗੱਲ ਕਰੀਏ ਜਿਹੜਾ ਤੁਸੀਂ ਕਿਹਾ ਮਾਰਚ ਤੱਕ ਦਾ ਜਿਹੜਾ ਕੁਆਰਟਰ ਦੀ ਤੁਹਾਡੀ ਸਾਰਾ ਰਿਸੀਵਿੰਗ ਪੁਆਇੰਟ ਹੁੰਦਾ, ਦਸੰਬਰ ਤੋਂ ਮਾਰਚ ਦਾ ਕੁਆਰਟਰ ਤੁਸੀਂ ਰਿਸੀਵ ਕਰਨਾ ਹੁੰਦਾ ਮਾਰਚ ਐਂਡ ਦੇ ਵਿੱਚ ਹੁੰਦਾ। ਇੱਦਾਂ ਹੈ ਕਿ ਜਿੱਦਾਂ ਹੁਣ ਮਾਰਚ ਦਾ ਮਹੀਨਾ ਨਿਕਲ ਗਿਆ ਸੀਗਾ ਜਦੋਂ ਲੋਕਡਾਊਨ ਹੋਇਆ, ਤੇ ਲੋਕਡਾਊਨ ਤੋਂ ਪਹਿਲਾਂ ਤੁਸੀਂ ਜਿਹੜੀ ਸੈਲਰੀਜ਼ ਉਹ ਆਪਣੇ ਟੀਚਰਸ ਨੂੰ ਪ੍ਰੋਵਾਈਡ ਕੀਤੀਆਂ ਸੀਗੀਆਂ? Every school goes by the CBSE norms and even the state government norms. Every school pays the salary before 10th of every month. तो उस हिसाब ਨਾਲ the salaries are regular. Even March 18 ਜਾਂ 20 was the last working day of my school. ਉਸ ਤੋਂ ਬਾਅਦ ਵੀ ਆਪਾਂ ਸੈਲਰੀਜ਼ ਮਾਰਚ ਦੀ ਵੀ ਫੁੱਲ ਦਿੱਤੀਆਂ, ਈਵਨ ਅਪ੍ਰੈਲ ਦੀਆਂ ਵੀ ਸਾਰੇ ਸਕੂਲਸ ਮੇਰਾ ਖਿਆਲ ਸਾਰੇ ਓਨਰਸ ਹੀ ਕੰਸੀਡਰੇਟ ਹੋ ਕੇ ਦੇਣਗੇ। ਤੇ ਉਹ ਤੇ ਫਿਕਸਡ ਐਕਸਪੈਂਡੀਚਰ ਹੈ ਜਿਹੜਾ ਹਰ ਸਕੂਲ ਨੂੰ ਬੀਅਰ ਕਰਨਾ ਪਏਗਾ। ਜੇਕਰ ਗੱਲ ਕਰੀਏ ਇਸ ਚੀਜ਼ ਨੂੰ ਦੇਖਦੇ ਹੋਇਆ ਗਵਰਨਮੈਂਟ ਵੱਲੋਂ ਤੁਹਾਨੂੰ ਕਿਸੇ ਤਰੀਕੇ ਦੀ ਮਦਦ ਹਾਸਿਲ ਹੋਈ ਹੈ? ਜੀ, ਇਹਦੇ ਬਾਰੇ ਮੇਰਾ ਥੋੜ੍ਹਾ ਜਿਹਾ ਨਜ਼ਰੀਆ ਇਹ ਹੈ ਕਿ ਪਹਿਲੇ ਤੇ ਇਟ ਇਜ਼ ਅ ਪ੍ਰੋਬਲਮ ਆਫ ਐਨ ਅਨਫੈਥਮੇਬਲ ਮੈਗਨੀਟਿਊਡ। ਇਹ ਪਹਿਲੇ ਵਰਲਡ ਨੇ ਕਦੀ ਐਨਵਿਜ਼ਨ ਹੀ ਨਹੀਂ ਕੀਤਾ ਸੀ, ਤੇ ਇਹਨੂੰ ਸਿਰਫ ਆਪਾਂ ਇੰਡਸਟਰੀ ਦੇ ਹਿਸਾਬ ਨਾਲ ਜਾਂ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ ਪ੍ਰੋਫਿਟਸ ਵੱਲੋਂ ਨਾ ਸੋਚੀਏ। ਪ੍ਰੋਬਲਮ ਹੈ ਬਹੁਤ ਵੱਡੀ ਹੈ, ਪਰ ਗਵਰਨਮੈਂਟ ਇਜ਼ ਵਰਕਿੰਗ ਇਨ ਦ ਡਾਇਰੈਕਸ਼ਨ ਕਿ ਫਸਟ ਜਿਹੜੇ ਸਭ ਤੋਂ ਨੀਡੀ ਲੋਕ ਹੈ ਉਹਨਾਂ ਦੀ ਟੇਕ ਕੇਅਰ ਕੀਤੀ ਜਾਏ ਤੇ ਕੇਸਿਸ ਕੰਟਰੋਲ ਹੋਣ। ਤੇ ਜਿੱਥੇ ਗਈ ਰਹੀ ਗੱਲ ਸੈਕਟਰ ਸਪੈਸੀਫਿਕ ਰਿਲੈਕਸੇਸ਼ਨ ਆਉਣ ਦੀ, ਉਹਦੇ ਲਈ ਮੈਂ ਪਰਸਨਲੀ ਇਹ ਸੋਚਦਾ ਕਿ ਪ੍ਰੋਬਲਮਸ ਹੈ, ਪਰ ਇਹ ਈਅਰ ਹੈ ਜਦੋਂ ਸਾਨੂੰ ਪ੍ਰੋਫਿਟ ਬਾਰੇ ਨਹੀਂ ਸੋਚਣਾ ਚਾਹੀਦਾ, ਮਨੁੱਖਤਾ ਦਾ ਧਿਆਨ ਰੱਖ ਕੇ ਸੋਚਣਾ ਚਾਹੀਦਾ। ਬਟ ਸਾਨੂੰ ਉਮੀਦ ਹੈ ਕਿ 17 ਮਈ ਤੋਂ ਬਾਅਦ ਜਿਸ ਤਰ੍ਹਾਂ ਡੇਟ ਆਏਗੀ ਲੋਕਡਾਊਨ ਦੀ ਫਰਦਰ, ਉਹਦੇ 'ਚ ਕੁਛ ਨਾ ਕੁਛ ਰਿਲੈਕਸੇਸ਼ਨ ਹੋਏਗੀ, ਬਿਕੋਜ਼ ਹਰ ਸਕੂਲ ਨੇ ਇੱਕ ਆਨਲਾਈਨ ਕੋਚਿੰਗ ਦਾ, ਆਨਲਾਈਨ ਐਡੂਕੇਸ਼ਨ ਦਾ ਸੈਟਅਪ ਕੀਤਾ ਹੈ। ਤੇ ਸਾਡੇ ਟੀਚਰਸ ਰੋਜ਼ 3 ਤੋਂ 4 ਘੰਟੇ ਉਹਲੀ ਮਿਹਨਤ ਕਰਦੇ ਆ। ਸਮਟਾਈਮਸ ਫॉर ਸੀਨੀਅਰ ਕਲਾਸਿਸ ਦੇ ਹੈਵ ਟੂ ਡਿਵੋਟ 5 to 6 hours, and providing education online is more difficult because you prepare everything and then you make a video. ਤੇ ਹਰ ਟੀਚਰ, it's a female oriented profession teaching majorly, they are managing house also, and apart from that they have to work for 5-6 hours every day for this. ਤੇ
ਉਹਦੇ ਬਾਰੇ ਮੇਰਾ ਖਿਆਲ ਗਵਰਨਮੈਂਟ ਵਿਲ ਬੀ ਕੰਸੀਡਰੇਟ ਇਨ ਦ ਕਮਿੰਗ ਮੰਥਸ ਆਈ ਐਮ ਵੈਰੀ ਸ਼ੋਰ ਐਂਡ ਦੇ ਵਿਲ ਪ੍ਰੋਵਾਈਡ instructions which would take care of both the parties, the parents and the school owners. But as of now, ਜਿੱਦਾਂ ਆਪਾਂ ਦੇਖ ਰਹੇ ਮਾਈਗ੍ਰੈਂਟਸ ਦੀ ਪ੍ਰੋਬਲਮ ਹੈ ਜਾਂ ਕੁਛ ਹੈ, ਦ ਡੇਲੀ ਵੇਜ ਵਰਕਰਸ, ਸਾਰਿਆਂ ਨੂੰ ਬਹੁਤ ਤਕਲੀਫ ਹੈ। ਮੇਰਾ ਪਰਸਨਲ ਨਜ਼ਰੀਆ ਹੈ ਕਿ ਵੀ ਆਲ ਆਰ ਬਲੈਸਡ ਪੀਪਲ, ਸਾਡੇ ਕੋਲ ਹੈ ਇਹ ਮਾਰ ਚੱਲਣ ਦੀ ਸ਼ਮਤਾ ਕੁਝ ਮਹੀਨੇ ਲਈ। ਪ੍ਰੋਬਲਮਸ ਹੈ ਪਰ ਸਾਨੂੰ ਫਿਲਹਾਲ ਵੱਧ ਤੋਂ ਵੱਧ ਸਪੋਰਟ ਕਰਨਾ ਚਾਹੀਦਾ ਸੋਸਾਇਟੀ ਨੂੰ। ਇਸ ਲਈ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਪਹਿਲੇ ਵੀ ਇਹ ਸੁਣਿਆ ਕਿ ਬਹੁਤ ਸਾਰੇ ਸਕੂਲਸ ਅਜਿਹੇ ਨੇ ਜਿਨ੍ਹਾਂ ਨੇ ਆਨਲਾਈਨ ਸਟੱਡੀਜ਼ ਦਾ ਜਿਹੜਾ ਮੋਡਿਊਲ ਸ਼ੁਰੂ ਕੀਤਾ, ਜਿਹਦੇ ਨਾਲ ਬੱਚੇ ਘਰ ਬੈਠੇ ਸਟੱਡੀ ਕਰ ਲੈਂਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਆਨਲਾਈਨ ਸਟੱਡੀਜ਼ ਦੇ ਨਾਲੋਂ ਜਿਹੜੇ ਸਕੂਲ ਦੀ ਸਟੱਡੀ ਹੁੰਦੀ ਹੈ ਉਹ ਜ਼ਿਆਦਾ ਬੈਨੀਫੀਸ਼ੀਅਲ ਹੁੰਦੀ ਹੈ? ਕਿਉਂਕਿ ਸਕੂਲ ਦੇ ਵਿੱਚ ਇੱਕ ਬੱਚੇ ਨੂੰ ਕੰਪਲਸਰੀ ਹੋ ਜਾਂਦਾ ਹੈ ਪੜ੍ਹਨਾ, ਬਟ ਆਨਲਾਈਨ ਆ ਕੇ ਕਈ ਵਾਰੀ ਬੱਚੇ ਨਹੀਂ ਪੜ੍ਹ ਪਾਉਂਦੇ, ਉਹਨਾਂ ਕੋਲ ਵੀਡੀਓਜ਼ ਜਾਂ ਉਹ ਚੀਜ਼ਾਂ ਉਹ ਨਹੀਂ ਦੇਖ ਪਾਉਂਦੇ, ਨਾ ਹੀ ਉਹਨਾਂ ਕੋਲ ਆਈ ਥਿੰਕ ਬੁੱਕਸ ਹਾਲੇ ਤੱਕ ਪਹੁੰਚੀਆਂ ਹੋਣਗੀਆਂ, ਬੁੱਕਸ ਮੁਹੱਈਆ ਹੋਈਆਂ ਹੋਣਗੀਆਂ ਜਿਹੜੀਆਂ ਕਿ ਤੁਹਾਡੇ ਸਿਲੇਬਸ ਦੇ ਹਿਸਾਬ ਨਾਲ ਨੇ। ਜੀ ਮੈਂ ਇਹਦੇ ਬਾਰੇ ਕਹਿਣਾ ਚਾਹੀਦਾ, ਆਨਲਾਈਨ ਐਜੂਕੇਸ਼ਨ ਦ ਬੈਸਟ ਵੀ ਟਰਾਈ ਇਵਨ ਦੈਟ, ਔਰ ਫਿਜ਼ੀਕਲ ਐਜੂਕੇਸ਼ਨ ਦਾ ਐਕਸਪੀਰੀਅੰਸ ਯੂ ਕੈਨੋਟ ਗਿਵ ਬਿਕੋਜ਼ ਇਟ ਇਜ਼ ਜਸਟ ਨਾਟ ਅਬਾਊਟ ਕਵਰਿੰਗ ਦ ਸਿਲੇਬਸ। ਜਦੋਂ ਬੱਚਾ ਸਕੂਲ 'ਚ ਆਉਂਦਾ ਹੀ ਸੋਸ਼ਲਾਈਜ਼ਸ ਵਿਦ many things and kids from different backgrounds, he meets people with different temperaments, ਤੇ ਉਹ ਜਿਹੜੀ socialization ਦਾ part ਹੈ and the overall development that will be missed hugely. But online education ਹੈ, at least what we are trying as a school, ਜੇ ਮੈਂ ਆਪਣੀ ਟੀਮ ਦੀ ਕੈਂਬਰਿਜ ਨਕੋਦਰ ਦੀ ਗੱਲ ਕਰਾਂ, we create a daily routine right from the kid gets up till the night, ਤੇ ਆਪਾਂ ਪੂਰੀ ਰੂਟੀਨ ਮੈਸੇਜ ਕਰਦੇ ਹਾਂ ਔਰ ਵੀ ਯੂਜ਼ ਆਰ YouTube ਚੈਨਲ ਔਰ Google Suite ਹੈ, Google Education ਦੀ ਸਰਵਿਸ, ਐਂਡ ਵੀ ਗਿਵ ਅ ਡੇਲੀ ਰੂਟੀਨ so that they have a feel ਕਿ we have to study for 3-4 hours and then upload our homework, all the assignments. But ਜੇ ਤੁਸੀਂ ਕੋ ਸਕੂਲ ਆਉਣਾ ਜਿਹੜਾ ਉਹ ਐਕਸਪੀਰੀਅੰਸ ਹੈ, ਹਰ ਬੱਚੇ ਨੂੰ ਮਿਲਣਾ, ਟੀਚਰ ਨਾਲ ਇੰਟਰੈਕਟ ਕਰਨਾ ਜਾਂ ਉਹਨਾਂ ਡਿਸਿਪਲਿਨ 'ਚ ਰਹਿਣਾ, ਉਹ ਨਹੀਂ ਆਨਲਾਈਨ ਨਹੀਂ ਦਿੱਤਾ ਜਾ ਸਕਦਾ। ਤੇ ਜਿਹੜੀਆਂ ਬੁੱਕਸ ਦੀ ਆਪਾਂ ਗੱਲ ਕਰੀਏ, ਜਿਹੜੀਆਂ ਬੁੱਕਸ ਤੋਂ ਬੱਚਾ ਇੱਕ ਸਟੱਡੀ ਮੋਡਿਊਲ ਆਪਣਾ ਚੈੱਕਆਊਟ ਕਰਦਾ ਹੈ, ਜੋ ਵੀ ਆਪਣੇ ਟੀਚਰਸ ਵੀਡੀਓ ਬਣਾ ਰਹੇ ਨੇ ਜਾਂ ਕੁਝ ਵੀ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਨੇ, ਉਹ ਕਿਤੋਂ ਨਾ ਕਿਤੇ ਕਿਸੇ ਬੁੱਕਸ ਤੋਂ ਹੀ ਆ ਰਿਹਾ ਹੈ। ਬਟ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਉਹ ਵੀਡੀਓ ਇੱਕ ਵਾਰੀ ਚੱਲ ਗਿਆ ਉਸ ਤੋਂ ਬਾਅਦ ਉਹ ਓਬਵੀਅਸ ਇੱਕ ਟਾਈਮ ਬਾਅਦ ਡਿਲੀਟ ਹੋ ਜਾਏਗਾ, ਪਰ ਜਿਹੜੀਆਂ ਬੁੱਕਸ ਉਹਨਾਂ ਨੂੰ ਜ਼ਿਆਦਾ ਨੈਸੈਸਰੀ ਨੇ, ਬੁੱਕਸ ਉਹਨਾਂ ਕੋਲ ਨਹੀਂ ਆ ਰਹੀਆਂ? ਮੈਂ ਇਹਦੇ ਤੁਹਾਡੇ ਦੋਨੋਂ ਪੁਆਇੰਟਸ ਦਾ ਆਨਸਰ ਦੇਵਾਂਗਾ। ਵੀਡੀਓਜ਼ ਦਾ ਤਾਂ ਵਾਟ ਵੀ ਹੈਵ ਡਨ, ਵੀ ਸੇਵ ਦ ਵੀਡੀਓਜ਼ ਔਨ ਆਰ YouTube ਚੈਨਲ ਐਂਡ ਈਵਨ ਵੀ ਸੈਂਡ them on their WhatsApp to the mothers, all the fathers as the case may be. तो वो चीज़ ते covered है, but books ਲਈ Cambridge ਨਕੋਦਰ ਨੇ ਜੋ ਕੀਤਾ ਹੈ and many other schools might have also done, but we have provided them PDF files because we are 100% following government orders. Books sale ਕਰਨਾ possible ਨਹੀਂ ਹੈ ਕਿਸੇ ਵੀ ਵੈਂਡਰ ਲਈ, ਨਾ ਹੀ ਆਪਾਂ ਬੱਚਿਆਂ ਨੂੰ, ਪੇਰੈਂਟਸ ਨੂੰ ਇਨਕਰੇਜ ਕਰ ਰਹੇ ਕਿ ਉਹ ਦੁਕਾਨ 'ਤੇ ਜਾਣ, ਚਾਹੇ ਸਾਨੂੰ ਪਰਮਿਸ਼ਨ ਮਿਲ ਵੀ ਗਈ ਹੈ ਪਰ ਬੁੱਕਸ ਜਾ ਕੇ ਲੈਣਗੇ, ਉਹ 'ਚ ਰਿਸਕ ਹੈ। ਹਿਊਮਨ ਲਾਈਫ ਇਜ਼ ਮੋਸਟ ਪ੍ਰੈਸ਼ੀਅਸ। ਪਰ ਵਾਟ ਵੀ ਹੈਵ ਡਨ ਇਨ ਨਕੋਦਰ ਇਜ਼ ਆਪਾਂ ਹਰ ਬੁੱਕਸ ਦੀਆਂ PDF ਫਾਈਲਸ ਬਣਾ ਕੇ ਅਪਲੋਡ ਕਰਤੀਆਂ ਐਂਡ ਵੀ ਹੈਵ ਸਟਾਰਟਿਡ ਸ਼ੇਅਰਿੰਗ ਇਟ ਵਿਦ ਪੇਰੈਂਟਸ ਕਿ ਪੇਰੈਂਟਸ ਆਪਣੇ ਲੈਪਟਾਪ 'ਤੇ ਜਾਂ ਮੋਬਾਈਲ ਸਭ ਕੋ ਹੈ, ਉਹਦੇ 'ਤੇ ਉਹ PDF ਫਾਈਲ ਡਾਊਨਲੋਡ ਕਰਕੇ on WhatsApp and they can start giving proper assignment work to the kids. ਜੇਕਰ ਦੇਖਿਆ ਜਾਵੇ ਤਾਂ ਹੁਣ ਇੱਕ ਬਹੁਤ ਵੱਡਾ ਮਾਸ ਜਿਹੜਾ ਹੈ ਉਹ ਮਾਈਗਰੈਂਟ ਲੇਬਰ ਦਾ ਤੁਸੀਂ ਦੇਖਿਆ ਹੋਵੇਗਾ ਪੰਜਾਬ ਤੋਂ ਜਾਂ ਹੋਰ ਬਹੁਤ ਥਾਵਾਂ ਇੱਦਾਂ ਦੀਆਂ ਹੈਗੀਆਂ ਨੇ ਜਿੱਥੋਂ ਵਾਪਸ ਆਪਣੇ ਘਰਾਂ ਨੂੰ ਜਾ ਰਿਹਾ। ਕਿਤੇ ਨਾ ਕਿਤੇ ਜਿਹੜੀ ਮਾਈਗਰੈਂਟ ਲੇਬਰ ਹੁੰਦੀ ਹੈ, ਤੁਹਾਡੇ ਟਰਾਂਸਪੋਰਟ ਜਾਂ ਤੁਹਾਡੇ ਸਾਫ਼ ਸਫਾਈ ਜਾਂ ਹੋਰ ਬਥੇਰੀਆਂ ਥਾਵਾਂ ਦੇ ਉੱਤੇ ਤੁਸੀਂ ਮਾਈਗਰੈਂਟ ਲੇਬਰ ਦਾ ਹੈਲਪ ਲੈਂਦੇ ਹੋ ਤਾਂ ਕਿ ਉਹ ਤੁਹਾਡੇ ਸਕੂਲ ਨੂੰ ਚਲਾਉਣ ਦੇ ਵਿੱਚ ਮਦਦ ਕਰ ਸਕਣ। ਤੁਹਾਨੂੰ ਕੀ ਲੱਗਦਾ ਐਜੂਕੇਸ਼ਨ ਸੈਕਟਰ ਦੇ ਵਿੱਚ ਜਿਹੜੀ ਮਾਈਗਰੈਂਟ ਲੇਬਰ ਦਾ ਵਾਪਸ ਜਾਣਾ ਇਹ ਕਿਸ ਤਰੀਕੇ ਦਾ ਨੁਕਸਾਨ ਜਿਹੜਾ ਹੈ ਉਹ ਦਿਖਾ ਸਕਦੀ ਹੈ? ਦੇਖੋ ਜੀ, ਪਹਿਲੇ ਮੈਂ ਕਹਿਣਾ ਚਾਹਾਂਗਾ ਜਿਹੜਾ ਮਾਈਗਰੈਂਟ ਵਰਕਰ ਹੈ ਸਪੈਸ਼ਲੀ ਫॉर ਅ ਸਟੇਟ ਲਾਈਕ ਪੰਜਾਬ, ਇਹਨਾਂ ਦਾ ਕੰਟਰੀਬਿਊਸ਼ਨ ਟੂ ਇਕੋਨਮੀ ਇਜ਼ ਹਿਊਜ। ਮੇਰੀ ਇੱਕ ਦਰਖਾਸਤ ਕਹਿ ਲਓ ਸਾਰੇ ਆਪਣੇ ਬਿਜ਼ਨਸਮੈਨ ਭਾਈਆਂ ਨਾਲ ਹੈ ਕਿ ਸਾਨੂੰ ਮਾਈਗਰੈਂਟ ਵਰਕਰਸ ਨੂੰ ਰਿਟੇਨ ਕਰਨ ਲਈ ਐਫਰਟ ਕਰਨੇ ਚਾਹੀਦੇ। ਇਹਨਾਂ ਦੇ ਜਾਣ ਤੋਂ ਬਾਅਦ ਇਹਨਾਂ ਨੂੰ ਵਾਪਸ ਇੱਥੇ ਅਟਰੈਕਟ ਕਰਕੇ ਲੈ ਕੇ ਆਉਣਾ ਵੁੱਡ ਬੀ ਵੈਰੀ ਡਿਫਿਕਲਟ ਅਤੇ ਉਹਦੀਆਂ ਕੋਸਟ ਜ਼ਿਆਦਾ ਹੋਣਗੀਆਂ। ਅਤੇ ਇਹਦੀ ਹਿਊਮਨ ਸਾਈਡ 'ਤੇ ਹੈ ਹੀ ਹੈ ਕਿ ਸਾਨੂੰ ਸਭ ਦੀ ਮਦਦ ਕਰਨੀ ਚਾਹੀਦੀ। ਵਟ ਆਈ ਹੈਵ ਡਨ, ਮੇਰੇ ਕੋ ਵੀ ਆਊਟ ਆਫ ਸਟੇਟ ਵਰਕਰਸ ਹੈ, ਦੇ ਵਰ ਲਿਵਿੰਗ ਔਨ ਰੈਂਟ। ਵਟ ਆਈ ਹੈਵ ਡਨ, ਆਈ ਐਮ ਪੇਇੰਗ ਦੈਮ ਸੈਲਰੀਜ਼ ਔਨ ਟਾਈਮ ਐਂਡ ਅੱਗੇ ਦਾ ਟਾਈਮ ਨਹੀਂ ਪਤਾ, ਇਟ ਮਾਈਟ ਗੈਟ ਡਿਫਿਕਲਟ ਜਾਂ ਕੁਛ, ਬਟ we will try and give full salaries, proper work, give them their basic pays at least, so that nobody has to move, ਕਿ ਹਰ ਇੱਕ ਦਾ ਰਾਸ਼ਨ ਪ੍ਰੋਪਰ
they can buy and they can keep their kids. मैं अपने स्कूल वालों ये कह सकता, as far my institution is concerned, I have not let any of the migrant persons leave their villages or their ਜਿੱਥੇ ਵੀ ਉਹ ਰਹਿ ਰਹੇ ਹੋਣਗੇ ਉਸ ਮਹੱਲੇ ਤੋਂ, ਕਿ ਉਹਨਾਂ ਨੂੰ ਵਾਪਸ ਜਾਣਾ ਪਏ। ਤੇ ਮੈਂ ਤੁਹਾਡੇ ਮਾਧਿਅਮ ਨਾਲ ਹਰ ਇੱਕ ਨੂੰ ਰਿਕੁਐਸਟ ਕਰਦਾ, ਜਿਹੜੇ ਵੀ ਥੋੜ੍ਹੇ ਫੋਰਚੂਨੇਟ ਹੈ, ਜੇ ਉਹ ਇੱਕ ਬੰਦੇ ਨੂੰ ਰੋਕ ਸਕਣ, ਮਾਈਗ੍ਰੈਂਟ ਨੂੰ ਇੱਕ ਨੂੰ ਸਪੋਰਟ ਕਰਨ, 10 ਨੂੰ ਰੋਕ ਸਕਣ 10 ਨੂੰ ਕਰਨ। ਬਾਕੀ ਸਰਕਾਰ ਵੀ ਇਹਦੇ ਲਈ ਸੋਚੇਗੀ, ਬਟ ਫॉर ਅ ਸਟੇਟ ਲਾਈਕ ਪੰਜਾਬ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਉਹਨਾਂ ਨੂੰ ਇੱਥੇ ਰੱਖੀਏ, ਕਿਉਂਕਿ ਵਨਸ ਲੋਕਡਾਊਨ ਗੋਜ਼ ਥਿੰਗ ਸਟਾਰਟ, ਬਿਨਾਂ ਵਰਕਰਸ ਤੋਂ ਸਾਡੇ ਕੰਮ ਹੀ ਨਹੀਂ ਚੱਲਣੇ। ਉਹ ਸਾਡਾ ਸਭ ਤੋਂ ਜ਼ਰੂਰੀ ਐਸੈਟ ਹੈ। ਤੇ ਜੇਕਰ ਆਪਾਂ ਗੱਲ ਕਰੀਏ, ਤੁਸੀਂ ਸਕੂਲ ਦੇ ਵਿੱਚ ਜ਼ਿਆਦਾ ਹੁੰਦੇ ਹੋ, ਜਾਂ ਜਿਹੜਾ ਤੁਹਾਡਾ ਸਕੂਲ ਹੈ, ਓਬਵੀਅਸ ਜਦੋਂ ਬੱਚਿਆਂ ਨੂੰ ਛੁੱਟੀ ਹੋ ਜਾਂਦੀ, ਤੁਹਾਡਾ ਕੰਮ ਉੱਥੇ ਨਹੀਂ ਮੁੱਕਦਾ, ਤੁਹਾਡਾ ਕੰਮ ਉਸ ਤੋਂ ਬਾਅਦ ਵੀ ਚੱਲਦਾ ਰਹਿੰਦਾ, ਜਿਸ ਦੇ ਨਾਲ ਕਈ ਵਾਰੀ ਕੀ ਹੁੰਦਾ ਹੈ ਕਿ ਦੇਖਿਆ ਗਿਆ ਜਿਹੜੇ ਵੱਡੇ ਬਿਜ਼ਨਸਮੈਨ ਹੁੰਦੇ ਨੇ, ਉਹਨਾਂ ਦਾ ਫੈਮਿਲੀ ਟਾਈਮ ਡਿਵੋਸ਼ਨ ਥੋੜ੍ਹਾ ਜਿਹਾ ਅਲੱਗ ਹੋ ਜਾਂਦਾ। ਪਰ ਇਸ ਲੋਕਡਾਊਨ ਦੇ ਚੱਲਦਿਆਂ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਹੁਣ ਆਪਣੀ ਫੈਮਿਲੀ ਨੂੰ ਪ੍ਰੋਪਰ ਟਾਈਮ ਦੇ ਰਹੇ ਨੇ। ਤੁਹਾਡਾ ਜਿਹੜਾ ਫੈਮਿਲੀ ਟਾਈਮ ਹੈ, ਜਿਹੜਾ ਇਸ ਲੋਕਡਾਊਨ ਦੇ ਕਰਕੇ ਤੁਹਾਨੂੰ ਮਿਲਿਆ, ਉਹ ਤੁਹਾਡਾ ਕਿੱਦਾਂ ਨਿਕਲ ਰਿਹਾ? ਦੇਖੋ, ਐਜ਼ ਅ ਪਰਸਨ ਐਂਡ ਵੀ ਹੈਵ ਅ ਫੈਮਿਲੀ, ਵੀ ਐਬਸੋਲੂਟਲੀ ਗੋ ਬਾਏ ਦ ਰੂਲਸ। तो जिस दिन तो लॉकडाउन दे आई हैव टोटली स्टेड एट होम, तो बस एक अपनी रूटीन बना ली है, बच्चों ने टाइम स्पेंड करीदा। आई हैव माई पेरेंट्स, ग्रैंड पेरेंट्स, सो वी ऑल लिव टुगैदर। तो मेरा ख्याल जिस तरह साडे प्रधानमंत्री ने भी कहा, CM साहब ने भी कहा, ये वो जंग है जिहड़ी घर रह के जित्ती जानी है, तो ये बहुत छोटी कीमत है। तो जे मैं अपनी गल करा, परमात्मा ने सब कुछ दिता है, सो वी शुड बी थैंकफुल कि वी आर सेफ एंड वी आर एट होम, एंड वी ऑल शुड बी सो डिसिप्लिनड that we create an atmosphere where cases start reducing in the very near future in Punjab. ਤੇ ਜੇਕਰ ਗੱਲ ਕਰੀਏ ਬੀਇੰਗ ਅ ਬਿਜ਼ਨਸਮੈਨ, ਬੀਇੰਗ ਅ ਬਿਜ਼ਨਸ ਓਨਰ, ਤੁਸੀਂ ਬਹੁਤ ਸਾਰੇ ਬਿਜ਼ਨਸ ਓਨਰਸ ਨੇ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ, ਚਾਹੇ ਉਹ ਰਾਸ਼ਨ ਪ੍ਰੋਵਾਈਡ ਕਰਕੇ ਹੋਵੇ ਜਾਂ ਹੋਰ ਡੇਲੀ ਯੂਟਿਲਿਟੀਜ਼ ਪ੍ਰੋਵਾਈਡ ਕਰਕੇ ਹੋਵੇ, ਉਹਨਾਂ ਨੂੰ ਪ੍ਰੋਵਾਈਡ ਕਰਕੇ ਸੇਵਾ ਕਰਦੇ ਪਏ ਨੇ। ਤੁਸੀਂ ਉਸ ਚੀਜ਼ ਦੇ ਵਿੱਚ ਕੁਝ ਕੀਤਾ, ਕੁਝ ਐਕਸਟਰਾ, ਜਾਂ ਤੁਸੀਂ ਸੋਸਾਇਟੀ ਵੱਲ ਨੂੰ ਕਿਸ ਤਰੀਕੇ ਨਾਲ ਜਿਹੜਾ ਹੈ ਹੈਲਪ ਆਊਟ ਕੀਤਾ? ਜੀ, ਮੈਂ ਆਪਣੇ ਪਰਸਨਲ ਲੈਵਲ 'ਤੇ ਇਹ ਕੀਤਾ, ਜਿੰਨੇ ਵੀ ਡੇਲੀ ਵੇਜ ਓਨਰਸ ਮੇਰੇ ਸੰਪਰਕ 'ਚ ਸੀਗੇ, ਜਿਸ ਤਰ੍ਹਾਂ ਸਾਡੇ ਘਰਾਂ 'ਚ ਇਲੈਕਟ੍ਰੀਸ਼ੀਅਨ ਆਉਂਦੇ ਆ, ਪਲੰਬਰਸ ਆਉਂਦੇ ਆ, ਮੈਂ ਉਹ ਸਾਰਿਆਂ ਨੂੰ ਅਸ਼ੋਰ ਕੀਤਾ ਕਿ ਤੁਹਾਡਾ ਮੰਥਲੀ ਰਾਸ਼ਨ ਵੁੱਡ ਬੀ ਪ੍ਰੋਵਾਈਡਡ ਬਾਏ ਮੀ, ਐਂਡ ਦੈਟ ਕਾਊਂਟ ਕਮਸ ਟੂ ਮੋਰ ਦੈਨ 20-25 ਪੀਪਲ। ਉਹਦੇ ਇਲਾਵਾ ਇਨ ਐਨ ਆਰਗੇਨਾਈਜ਼ਡ ਵੇ ਸਾਡਾ ਇੱਕ NGO ਹੈ, ਆਈ ਐਮ ਦ ਪ੍ਰੈਜ਼ੀਡੈਂਟ ਆਫ ਦੈਟ NGO, ਸ਼੍ਰੀ ਸ਼ਾਦੀ ਲਾਲ ਆਂਗਰਾ ਮੈਮੋਰੀਅਲ ਸੁਸਾਇਟੀ। ਇਹ ਮੇਰੇ ਲੇਟ ਗ੍ਰੈਂਡਫਾਦਰ ਜੀ ਦੇ ਨਾਮ 'ਤੇ ਹੈ। ਉਹਦੇ ਥਰੂ ਅਸੀਂ ਲੰਗਰ ਵੀ ਲਗਵਾਇਆ ਇਨ ਦ ਫਾਰਮ ਆਫ ਕੱਚਾ ਰਾਸ਼ਨ ਜਿਸ ਤਰ੍ਹਾਂ ਦਈਦਾ, ਅਤੇ ਗਵਰਨਮੈਂਟ ਹੌਸਪੀਟਲ 'ਚ ਆਪਾਂ ਦਵਾਈਆਂ ਵੀ ਪ੍ਰੋਵਾਈਡ ਕੀਤੀਆਂ। ਅਨੰਦਪੁਰ ਸਾਹਿਬ ਵੀ ਪ੍ਰੋਵਾਈਡ ਕੀਤੀਆਂ, ਮੇਰਾ ਨੇਟਿਵ ਪਲੇਸ ਹੈ, ਇੱਥੇ ਮੈਂ ਰਾਸ਼ਨ ਵੀ ਪ੍ਰੋਵਾਈਡ ਕੀਤਾ। ਅਤੇ ਬਾਕੀ ਜਿਸ ਤਰ੍ਹਾਂ ਮੇਰੇ ਕੁਝ ਫਰੈਂਡਸ ਹੈ, ਹੀ ਇਜ਼ ਵਰਕਿੰਗ ਇਨ ਮੱਧ ਪ੍ਰਦੇਸ਼ ਫॉर ਦਿਸ ਕੌਜ਼ ਕੋਵਿਡ, ਜਾਂ ਜਿੱਥੇ ਵੀ ਹੋ ਸਕਦਾ ਵਾਟ ਐਵਰ ਵੀ ਕੈਨ ਡੂ, ਆਪਾਂ ਔਨਲਾਈਨ ਟਰਾਂਸਫਰ 'ਤੇ ਕਰ ਸਕਦੇ ਹਾਂ। ਅਤੇ ਜੇ ਮੈਂ ਤਾਂ ਅੱਜ ਰਿਕੁਐਸਟ ਕਰਾਂਗਾ, ਜੇ ਕਿਸੇ ਦੀ 100 ਰੁਪਏ ਦੀ ਸਮਰੱਥਾ ਹੈ, ਚਾਹੇ ਉਹ PM ਕੇਅਰ ਫੰਡ 'ਚ ਦੇ, ਚਾਹੇ ਡਾਇਰੈਕਟ ਕਿਸੇ ਦੇ ਅਕਾਊਂਟ 'ਚ ਪਾ ਦੇ, ਚਾਹੇ ਉਹ 100 ਦੇ, ਚਾਹੇ 1000 ਦੇ। ਇਸ ਟਾਈਮ 'ਤੇ ਜਿਹੜਾ ਗਰੀਬ ਤਬਕਾ ਹੈ, ਉਹ ਲਈ 10 ਰੁਪਏ ਵੀ ਬਹੁਤ ਅਹਿਮੀਅਤ ਰੱਖਦੇ ਆ। ਤੇ ਜੇਕਰ ਗੱਲ ਕਰੀਏ ਬੀਇੰਗ ਅ ਸਕੂਲ ਓਨਰ, ਉਹੀ ਆਪਾਂ ਫਿਰ ਸਵਾਲ ਕਰਦੇ ਕਿ ਖਰਚੇ ਹਰ ਕਿਸੇ ਦੇ ਹੈਗੇ ਨੇ, ਚਾਹੇ ਸਕੂਲ ਓਪਨ ਹੋਵੇ ਨਾ ਹੋਵੇ, ਖਰਚੇ ਜਿਹੜੇ ਤੁਸੀਂ ਜਿੱਦਾਂ ਤੁਸੀਂ ਦੱਸਿਆ ਕਿ ਉਹ ਬਣੇ ਹੋਏ ਨੇ, ਜਿਹੜੇ ਹਰ ਮੰਥ ਜਾਣੇ ਹੀ ਜਾਣੇ ਨੇ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਸਰਕਾਰ ਤੋਂ ਕਿਸ ਚੀਜ਼ ਦੀ ਮੰਗ ਕਰਦੇ ਹੋ ਕਿ ਕਿਸੇ ਤਰੀਕੇ ਸਰਕਾਰ ਜਿਹੜੀ ਹੈ ਤੁਹਾਡੀ ਕਿਸ ਤਰੀਕੇ ਨਾਲ ਹੈਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ? ਜੀ, ਇਹਦੇ ਬਾਰੇ ਮੈਂ ਤਾਂ ਸੋਚਿਆ ਵਨਸ ਇਹ ਡਾਇਰੈਕਸ਼ਨਸ ਦੀ ਵੀ ਆਲ ਆਰ ਵੇਟਿੰਗ ਟਿਲ 17th of May, ਉਸ ਤੋਂ ਬਾਅਦ ਜੋ ਵੀ ਸਰਕਾਰ ਦਾ ਫੈਸਲਾ ਹੋਏਗਾ ਵੀ ਆਲ ਵਿਲ ਅਬਾਈਡ ਬਾਈ ਇਟ। ਬਟ ਜਦੋਂ ਵੀ ਸਰਕਾਰ ਸਕੂਲਸ ਦੀ ਓਪਨਿੰਗ 'ਤੇ ਹਲੇ ਪੋਸੀਬਲ ਨਹੀਂ ਲੱਗ ਰਹੀ, ਬਟ ਜਿਸ ਤਰ੍ਹਾਂ ਜਿਹੜੀਆਂ ਫਿਕਸਡ ਪੇਮੈਂਟਸ ਹੈ ਇਲੈਕਟ੍ਰੀਸਿਟੀ ਦੀਆਂ ਜਾਂ ਕੁਛ, ਜੇ ਉਹਦੇ 'ਚ ਗਵਰਨਮੈਂਟ ਕੁਛ ਪੀਰੀਅਡ ਦੇ ਰਿਲੈਕਸੇਸ਼ਨ ਦਾ, ਜਿਹੜੀਆਂ ਗਵਰਨਮੈਂਟ ਦੇ ਕੰਟਰੋਲ 'ਚ ਹੈ, ਦੈਟ ਵੁੱਡ ਬੀ ਹੈਲਪ ਫॉर ਸਪੈਸ਼ਲੀ ਉਹ ਸਕੂਲ, ਜਿਸ ਤਰ੍ਹਾਂ ਕਾਫੀ ਸਕੂਲ ਹੈ ਜਿਹੜੇ ਛੋਟੇ ਲੈਵਲ 'ਤੇ ਰਨ ਕਰ ਰਿਹਾ, ਉਹਨਾਂ ਦੀ ਪ੍ਰੋਬਲਮਸ ਮੇਰੇ ਤੋਂ ਵੀ ਜ਼ਿਆਦਾ ਹੈ। ਇੱਕ ਫਿਕਸਡ ਖਰਚੇ 'ਚ ਗਵਰਨਮੈਂਟ ਸਪੋਰਟ ਕਰ ਸਕਦੀ ਹੈ। ਦੂਸਰਾ ਜਿਹੜਾ ਫੀ ਪੇਮੈਂਟ ਹੈ, ਉਹਦਾ ਜਦੋਂ ਵੀ ਸਰਕਾਰ ਨੂੰ ਸਹੀ ਰੱਖੇ, ਦੇ ਸ਼ੁਡ ਕੀਪ ਐਨ ਆਈ ਕਿ ਐਟਲੀਸਟ ਜਿਹੜੀ ਔਨਲਾਈਨ ਮੁਹੱਈਆ ਕਰਾਈ ਜਾ ਰਹੀ ਹੈ ਐਡੂਕੇਸ਼ਨ, ਉਹਦਾ ਖਰਚਾ ਸਕੂਲਸ ਆਪਣਾ ਕੱਢ ਸਕਣ ਅਤੇ ਟੀਚਰਸ ਦੀ ਸੈਲਰੀ ਸੇਫਲੀ ਦੇ ਸਕਣ। ਉਹਦੇ ਲਈ ਜੇ ਸਰਕਾਰ ਚਾਹੇ ਤਾਂ ਮੇਰੇ ਹਿਸਾਬ ਨਾਲ ਵਾਟ ਆਈ ਥਿੰਕ ਦੇ ਕੈਨ ਕ੍ਰੀਏਟ ਅ ਬਾਰ, ਸਪੈਸ਼ਲੀ ਜਿਹੜੇ ਸਮੋਲ ਅਤੇ ਮੀਡੀਅਮ ਰੰਗ ਸਕੂਲਸ ਹੈ, ਉਹਨਾਂ ਨੂੰ ਪਹਿਲੇ ਹੈਲਪ ਕਰ ਦਿੱਤਾ ਜਾਏ। ਜਿਹੜੇ ਥੋੜ੍ਹੇ ਵੱਡੇ ਸਕੇਲ ਦੇ ਪ੍ਰਾਈਵੇਟ ਸਕੂਲਸ ਹੈ, ਉਹਨਾਂ ਲਈ ਅਲੱਗ ਇੱਕ ਪੈਰਾਮੀਟਰ ਸੈੱਟ ਕੀਤਾ ਜਾਏ। ਬਟ ਦ ਗਵਰਨਮੈਂਟ ਸ਼ੁੱਡ, ਐਂਡ ਆਈ ਐਮ ਸ਼ੋਰ ਦੇ ਵਿਲ ਥਿੰਕ ਅਬਾਊਟ ਇਟ,
ਬਿਕੋਜ਼ देयर आर ਮੈਨੀ ਸਕੂਲਸ, ਤੁਸੀਂ ਸੋਚੋ ਬਹੁਤ ਛੋਟੇ ਛੋਟੇ ਪ੍ਰਾਇਮਰੀ ਸਕੂਲਸ ਹੈ ਪੰਜਾਬ ਬੋਰਡ ਨਾਲ ਐਫੀਲੀਏਟਡ ਵੀ, ਉਹਨਾਂ ਨੂੰ ਬਹੁਤ ਪ੍ਰੋਬਲਮ ਆਏਗੀ ਸੈਲਰੀਜ਼ ਦੇਣ 'ਚ। ਬਟ ਆਈ ਐਮ ਵੈਰੀ ਸ਼ੋਰ ਬੜੀ ਕੇਪੇਬਲ ਗਵਰਨਮੈਂਟ ਹੈ ਸਾਡੀ, they will have a plan, and once the thing gets settled a bit they will surely come out with a relief plan for all sectors, not just school, हर इंडस्ट्री ਲਈ ਜ਼ਰੂਰ ਗਵਰਨਮੈਂਟ ਲੈ ਕੇ ਆਏਗੀ ਇੱਕ ਪਲਾਨ। ਜੇਕਰ ਆਪਾਂ ਗੱਲ ਕਰੀਏ ਜਿੱਦਾਂ ਤੁਸੀਂ ਕਿਹਾ ਸੀ ਕਿ ਜਿਹੜਾ ਮਾਰਚ ਦਾ ਦਸੰਬਰ ਤੋਂ ਮਾਰਚ ਦਾ ਸੀਗਾ ਉਹਦੀ ਵੀ ਫੀਸ ਹਾਲੇ ਤੱਕ ਨਹੀਂ ਪਹੁੰਚੀ, ਤੇ ਜੇਕਰ ਗਵਰਨਮੈਂਟ ਅਲਾਉ ਕਰਦੀ ਹੈ ਕਿ ਤੁਸੀਂ ਫੀਸ ਲੈ ਸਕਦੇ ਹੋ ਪੇਰੈਂਟਸ ਦੇ ਕੋਲੋਂ, ਫਿਰ ਤੁਹਾਡਾ ਉਹ ਕਿਹੜਾ ਕੁਆਟਰ ਹੋਏਗਾ ਜਿਸ ਦੀ ਫੀਸ ਤੁਸੀਂ ਜਿਹੜਾ ਹੈ ਚਾਰਜ ਕਰੋਗੇ? ਵਿਲ ਦੈਟ ਬੀ ਕਿ ਜਿਹੜਾ ਪਹਿਲਾਂ ਲੰਘ ਗਿਆ ਉਹਦੀ ਵੀ ਨਾਲ ਆਊਗੀ, ਜਾਂ ਫਿਰ ਜਿਹੜਾ ਹੁਣ ਅੱਗੇ ਚੱਲ ਰਿਹਾ ਜਿਹਦੇ ਵਿੱਚ ਟੀਚਰਸ ਨੇ ਆਨਲਾਈਨ ਸਟੱਡੀ ਕਰਵਾਈ ਹੈ ਉਸ ਨੂੰ ਵੀ ਨਾਲ ਇਨਕਲੂਡ ਕਰੋਗੇ? what I think is मैक्सिमम स्कूल्स, बिकॉज इस बार कोई भी स्कूल मार्च च प्रॉपर PTM नहीं कर पाया बिकॉज ऑफ करोना, ना ही कोई एनुअल मीट हुई है पेरेंट्स दी स्कूल जिहदे च मैक्सिमम फीस क्लीयर की जाती है ऑफ द लास्ट क्वार्टर विच इज़ इफेक्टिवली Jan to March, मतलब आफ्टर December 31st इफ वी काउंट। तो इफ द गवर्नमेंट थिंक्स कि पहले तुसी पेंडिंग एरियर्स अपने कलैक्ट कर सकते हो, तो then I think schools will go for that। but ਸਕੂਲ ਇਜ਼ ਅ ਵੈਰੀ ਸੈਂਸਿਟਿਵ ਇੰਡਸਟਰੀ, ਇਹ 'ਚ ਬੱਚੇ ਦੀ ਲਾਈਫ ਇਨਵੋਲਵਡ ਹੈ, ਅਤੇ ਐਵਰੀ ਓਨਰ ਵਿਲ ਗੋ ਐਗਜ਼ੈਕਟਲੀ ਜੋ ਗਵਰਨਮੈਂਟ ਦੇ ਨਿਰਦੇਸ਼ ਆਉਣਗੇ। ਬਟ ਜੇ ਏਰੀਅਰਸ ਕਲੀਅਰ ਪਹਿਲੇ ਕਹਿਣ ਦੀ ਇਜਾਜ਼ਤ ਮਿਲੇਗੀ ਤਾਂ ਆਪਾਂ ਪਹਿਲੇ ਏਰੀਅਰਸ ਮੰਗਾਂਗੇ, ਜੇ ਟਿਊਸ਼ਨ ਫੀ ਕਹੇਗੀ ਸਰਕਾਰ ਲੋਈ ਜਾਏ ਤਾਂ ਆਪਾਂ ਉਹ ਲੈ ਲਾਂਗੇ। ਬਟ ਆਈ ਅਸ਼ੋਰ ਯੂ ਬੜੀ ਰਿਸਪੋਂਸੀਬਲ ਕਮਿਊਨਿਟੀ ਹੈ, ਜਿੰਨੇ ਵੀ ਸਕੂਲ ਐਂਟਰਪ੍ਰੇਨਿਓਰਸ ਹੈ ਪੰਜਾਬ ਦੇ, ਦੇ ਆਲ ਵਿਲ ਗੋ 100% ਆਫ ਵਾਟ ਗਵਰਨਮੈਂਟ ਸੇਜ਼। ਬਹੁਤ ਧੰਨਵਾਦ ਰਿਪੂ, ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਨੂੰ ਦਿੱਤਾ, ਸਾਡੇ ਦਰਸ਼ਕਾਂ ਦੇ ਨਾਲ ਸਪੈਸ਼ਲੀ ਸਕੂਲ ਸੈਕਟਰ ਦੀਆਂ ਗੱਲਾਂ ਨੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ, ਤੇ ਨਾਲ ਹੀ ਨਾਲ ਉਹਨਾਂ ਨੂੰ ਦੱਸਿਆ ਕਿ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਜਿਸ ਦਾ ਸੋਲੂਸ਼ਨ ਤੁਸੀਂ ਸਰਕਾਰ ਕੋਲ ਜ਼ਰੂਰ ਮੰਗਿਆ। ਬਹੁਤ ਬਹੁਤ ਧੰਨਵਾਦ ਰਿਪੂ ਤੁਹਾਡਾ। ਥੈਂਕ ਯੂ ਜੀ। ਤੇ ਇੱਕ ਵਾਰ ਫਿਰ ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਸਾਡਾ ਸ਼ਹਿਰ, ਸੂਬਾ, ਦੇਸ਼ ਤੇ ਪੂਰੀ ਦੁਨੀਆ ਤੋਂ ਇਹ ਮਹਾਮਾਰੀ ਦੇ ਸੰਕਟ ਤੋਂ ਆਪਾਂ ਬਹੁਤ ਜਲਦੀ ਉਭਰੀਏ, ਤੇ ਜਦੋਂ ਦੁਬਾਰਾ ਜ਼ਿੰਦਗੀ ਸ਼ੁਰੂ ਹੋਏ ਉਹ ਹੋਰ ਖੁਸ਼ਹਾਲ ਹੋਏ। ਤੇ ਇਸ ਨੈਗੇਟਿਵ ਟਾਈਮ 'ਚ ਆਪਾਂ ਇੱਕ ਚੀਜ਼ ਸਿੱਖੀਏ ਕਿ ਸਾਨੂੰ ਮਨੁੱਖਤਾ ਦੀ ਜ਼ਿਆਦਾ ਲੋੜ ਹੈ ਇਸ ਸਮਾਜ, ਮਨੁੱਖ ਦੀ ਜੀਵਨ ਦੀ ਵੈਲਿਊ ਜ਼ਿਆਦਾ ਕਰੀਏ ਤੇ ਕੁਦਰਤ ਦੀ ਰਿਸਪੈਕਟ ਕਰੀਏ। ਸੋ ਇਹ ਸਨ ਸਾਡੇ ਨਾਲ ਰਿਪੂਜੀਤ ਆਂਗਰਾ, ਓਨਰ ਆਫ ਕੈਂਬਰਿਜ ਸਕੂਲ ਨਕੋਦਰ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਟੱਡੀ ਸੈਕਟਰ ਦੇ ਵਿੱਚ, ਯਾਨੀ ਕਿ ਐਜੂਕੇਸ਼ਨ ਸੈਕਟਰ ਦੇ ਵਿੱਚ ਇੱਕ ਸਕੂਲ ਓਨਰ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਸ ਦਾ ਜਿਹੜਾ ਹੈ ਇਹ ਸਾਹਮਣਾ ਕਿਸ ਤਰੀਕੇ ਨਾਲ ਕਰ ਰਹੇ ਨੇ, ਤੇ ਨਾਲ ਹੀ ਨਾਲ ਜੋ ਉਹਨਾਂ ਨੇ ਮੰਗਾਂ ਸਰਕਾਰ ਕੋਲ ਰੱਖੀਆਂ ਨੇ, ਇਹਨਾਂ ਨੇ ਸਾਫ਼ ਕਿਹਾ ਕਿ ਜੇ ਸਰਕਾਰ ਅਲਾਉ ਕਰਦੀ ਹੈ ਤੇ ਉਹ ਫੀਸ ਲੈਣਗੇ, ਅਦਰਵਾਈਜ਼ ਬੀਇੰਗ ਅ ਰਿਸਪੋਂਸਿਬਲ ਸਕੂਲ ਓਨਰ ਇਹ ਹਾਲੇ ਤੱਕ ਕਿਸੇ ਵੀ ਜਿਹੜੇ ਸਟੂਡੈਂਟ ਦੇ ਪੈਰੈਂਟਸ ਨੇ ਉਹਨਾਂ ਕੋਲ ਫੀਸ ਨਹੀਂ ਲੈਣਗੇ। ਕੈਮਰਾ ਪਰਸਨ ਸੁਖਵਿੰਦਰ ਸਿੰਘ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ TV ਜਲੰਧਰ ਤੋਂ।